ਜਿਹੜੀ ਭੁੱਲ ਤੂੰ ਵਾਰ-ਵਾਰ ਸੁਚੇਤ ਕੀਤਾ ਜਾ ਰਿਹਾ ਸੀ, ਉਹ ਭੁੱਲ ਹੋਣੀ ਸ਼ੁਰੂ ਹੋ ਗਈ ਹੈ। ਮੈਂ ਤੁਹਾਨੂੰ ਵਾਰ-ਵਾਰ ਇਹੋ ਹੀ ਕਿਹਾ ਹੈ ਨਾ ਵੀ ਤੁਸੀਂ ਸੁਣ ਕੇ ਸਮਝ ਨਾ ਲਿਓ ਵੀ ਅਸੀਂ ਸਮਝ ਲਿਆ ਹੈ। ਇਹਦਾ ਗਿਆਨ ਬਣ ਜਾਵੇਗਾ, ਤੁਸੀਂ ਗਿਆਨੀ ਬਣ ਬੈਠੋਗੇ। ਤੇ ਮੈਂ ਕੋਈ ਗਿਆਨੀ ਨਹੀਂ ਬਣਾ ਰਿਹਾ ਹਾਂ, ਖਿਆਲ ਵਿੱਚ ਰੱਖਿਓ। ਮੈਂ ਉਪਦੇਸ਼ਕ ਨਹੀਂ ਹਾਂ, ਮੈਂ ਵਾਰ-ਵਾਰ ਕਿਹਾ ਹੈ। ਮੈਂ ਪ੍ਰਚਾਰਕ ਨਹੀਂ ਹਾਂ, ਮੈਂ ਤੁਹਾਨੂੰ ਗਿਆਨ ਥੋੜ੍ਹੀ ਦੇ ਰਿਹਾ ਹਾਂ। ਅਗਰ ਕੋਈ ਸਹੀ ਢੰਗ ਦੇ ਨਾਲ ਸੁਣੇਗਾ, ਮੈਂ ਤੁਹਾਡਾ ਗਿਆਨ ਖੋ ਰਿਹਾ ਹਾਂ। ਤੁਹਾਡਾ ਗਿਆਨ ਮਿਟਾਉਣਾ ਹੈ। ਗਿਆਨ ਹੀ ਤੁਹਾਡੀ ਹੋਂਦ ਹੈ। ਤੁਸੀਂ ਸਮਝ ਨਹੀਂ ਪਾ ਰਹੇ ਨਾ, ਚੱਕਰ ਤੇ ਇਹ ਹੈ। ਇੰਨੇ ਚਿਰ ਤੋਂ ਸੁਣਨ ਦੇ ਬਾਵਜੂਦ ਵੀ ਨਹੀਂ ਸਮਝ ਪਾ ਰਹੇ ਵੀ ਗਿਆਨ ਹੀ ਤੁਹਾਡੀ ਹੋਂਦ ਹੈ। ਬਾਹਰਲਾ ਜਿਹੜਾ ਸੰਸਾਰ ਨੂੰ ਮਿਟਾਉਣ ਦਾ ਅਰਥ ਹੁੰਦਾ ਤੁਹਾਡਾ ਸੰਸਾਰਿਕ ਗਿਆਨ ਮਿਟਾਉਣਾ। ਧਾਰਮਿਕ ਉਪਦੇਸ਼ ਹੁੰਦਾ ਹੈ ਗਿਆਨ ਮਿਟਾਉਣ ਵਾਸਤੇ। ਤਾਂ ਹੀ ਮੈਂ ਮਿਟੇਗੀ ਨਾ। ਅਗਰ ਗਿਆਨ ਹੋ ਗਿਆ ਤੇ ਫਿਰ ਤੇ ਮੈਂ ਵੱਧ ਗਈ ਵੀ ਮੈਂ ਜਾਣ ਲਿਆ, ਸਮਝ ਲਿਆ, ਮੈਨੂੰ ਪਤਾ ਲੱਗ ਗਿਆ ਪਰਮਾਤਮਾ ਬਾਰੇ, ਅਧਿਆਤਮ ਬਾਰੇ। ਤੋ ਉਹ ਤੇ ਜਾਣਕਾਰੀ ਹੋ ਗਈ, ਉਹ ਤੇ ਹਾਂ ਹੋ ਗਈ। ਤੇ ਪਰਮਾਤਮਾ ਦਾ ਗਿਆਨ ਜਾਣਕਾਰੀ ਥੋੜ੍ਹੀ ਹੈ। ਹੁਣ ਤੁਸੀਂ ਇਉਂ ਸਮਝ ਲਵੋ ਵੀ ਜਦੋਂ ਬੱਚਾ ਪੈਦਾ ਨਹੀਂ ਸੀ ਹੋਇਆ, ਉਦੋਂ ਉਹਦੀ ਲਿਵ ਲੱਗੀ ਹੋਈ ਸੀ। ਉਹਨੂੰ ਕਿਹੜਾ ਗਿਆਨ ਸੀ? ਮੈਂ ਕਿੰਨੀ ਵਾਰਾਂ ਕਿਹਾ ਵੀ ਕਿਹੜਾ ਗਿਆਨ ਸੀ? ਤੁਸੀਂ ਸੋਚੋ, ਉਹ ਬੱਚੇ ਨੂੰ ਧਿਆਨ ਲੱਗਾ ਹੋਇਆ ਸੀ। ਤੇ ਲਿਵ ਟੁੱਟ ਗਈ ਹੌਲੀ ਹੌਲੀ, ਬਾਹਰ ਸੰਸਾਰ ਦੇ ਗਿਆਨ ਹੋਣ ਕਰਕੇ। ਇੱਦਾਂ ਕਹਿ ਸਕਦੇ ਹੋ ਪਰਮਾਤਮਾ ਦੀ ਲਿਵ ਟੁੱਟੀ ਹੈ ਸੰਸਾਰਿਕ ਗਿਆਨ ਹੋਣ ਕਰਕੇ। ਤੇ ਗਿਆਨ ਹੀ ਬੰਧਨ ਹੈ, ਤੇ ਗਿਆਨ ਹੀ ਸਾਰੇ ਦੁੱਖਾਂ ਦਾ ਕਾਰਨ ਹੈ। ਜਿਵੇਂ ਪੁਰਾਣੀ ਕਹਾਣੀ ਹੈ ਨਾ ਬਾਈਬਲ ਦੀ, ਮੈਂ ਤੁਹਾਨੂੰ ਬਹੁਤ ਵਾਰਾਂ ਕਹੀ ਹੈ ਵੀ ਪਹਿਲਾ ਮਨੁੱਖ ਜਿਹੜਾ ਆਦਮ ਹੋਇਆ, ਤੁਹਾਨੂੰ ਪਰਮਾਤਮਾ ਨੇ ਕਿਹਾ ਸੀ ਵੀ ਆ ਜਿਹੜੇ ਬਗੀਚੇ 'ਚ ਰਹਿਣਾ ਹੈ ਨਾ, ਇਸ ਬਗੀਚੇ ਦੇ ਅੰਦਰ ਗਿਆਨ ਦੇ ਆ ਫਲ ਲੱਗੇ ਹੋਏ ਹੈ, ਤੇ ਇਹਨਾਂ ਫਲਾਂ ਨੂੰ ਨਹੀਂ ਖਾਣਾ ਹੈ, ਨਹੀਂ ਤੇ ਤੂੰ ਇਹ ਸਵਰਗ ਦੇ ਬਗੀਚੇ 'ਚੋਂ ਬਾਹਰ ਨਿਕਲ ਜਾਵੇਂਗਾ। ਹੁਣ ਫਲ ਲੱਗੇ ਹੋਣ ਤੇ ਆਦਮੀ ਫਿਰ ਖਾਵੇ ਨਾ। ਫਿਰ ਦੱਸ ਦਿੱਤਾ ਤੇ ਹੋਰ ਰੁਚੀ ਪੈਦਾ ਹੋ ਗਈ ਵੀ ਖਾ ਕੇ ਦੇਖਣੇ ਪੈਣਗੇ ਕਿੰਨਾ ਕੁ ਗਿਆਨ ਹੈ ਇਹਨਾਂ ਅੰਦਰ, ਕਿੰਨਾ ਕੁ ਮਜ਼ਾ ਹੈ ਇਹਨਾਂ ਅੰਦਰ। ਆਦਮੀ ਦੇ ਅੰਦਰ ਰਸ ਪੈਦਾ ਹੋ ਜਾਂਦਾ ਨਾ ਵੀ ਖਾ ਕੇ ਤੇ ਦੇਖਾਂ, ਤਾਂ ਉਹਦੇ ਅੰਦਰ ਵੀ ਰੁਚੀ ਪੈਦਾ ਹੋਈ, ਖਾ ਕੇ ਤੇ ਦੇਖਾਂ। ਬਸ ਗਿਆਨ ਦਾ ਫਲ ਖਾਧਾ ਤੇ ਕਹਿੰਦੇ ਹਨ ਸਵਰਗ ਦੇ ਬਗੀਚੇ 'ਚੋਂ ਬਾਹਰ ਹੋ ਗਏ। ਪ੍ਰਤੀਕ ਕਹਾਣੀ ਹੈ ਬੜੀ ਹੀ ਪਿਆਰੀ। ਬੱਚਾ ਜਿਵੇਂ ਜਿਵੇਂ ਸੰਸਾਰਿਕ ਗਿਆਨ ਹਾਸਲ ਕਰਦਾ ਹੈ, ਤਿਵੇਂ ਤਿਵੇਂ ਹੀ ਉਹ ਜੋ ਸਵਰਗ ਦਾ ਸੁੱਖ ਸੀ ਉਹਨੂੰ ਮਿਲ ਰਿਹਾ ਮਾਂ ਦੇ ਗਰਭ 'ਚ, ਉਹ ਤੋਂ ਬਾਹਰ ਹੋ ਜਾਂਦਾ ਹੈ। ਕਿਉਂਕਿ ਮਾਂ ਦੇ ਗਰਭ 'ਚ ਤਾਂ ਕੋਈ ਵਾਸ਼ਨਾ ਹੈ ਨਹੀਂ ਨਾ, ਇੰਦਰਾ ਕੋਈ ਖੁੱਲ੍ਹਿਆ ਨਹੀਂ ਹੋਇਆ ਹੈ, ਨਾ ਦੇਖ ਸਕਦਾ ਨਾ ਸੁਣ ਸਕਦਾ। ਤਾਂ ਉਹਦੀ ਸਰੀਰਕ ਪੂਰਤੀ ਸਹਿਜ ਹੋ ਰਹੀ ਹੈ, ਜੋ ਉਹਨੂੰ ਚਾਹੀਦਾ ਉਹਨੂੰ ਮਿਲ ਰਿਹਾ ਹੈ। ਸਰੀਰ ਵਿਕਸਿਤ ਹੋ ਰਿਹਾ ਹੈ, ਕਰਨ ਦੀ ਕੁਛ ਲੋੜ ਨਹੀਂ, ਚਿੰਤਾ ਹੀ ਨਹੀਂ।
ਨਿਸ਼ਚਿੰਤ ਹੈ, ਤੋ ਉਹ ਸਵਰਗ ਦੇ ਸੁੱਖ ਦੇ ਵਿੱਚ ਰਹਿ ਰਿਹਾ। ਤੇ ਉਸ ਬੱਚੇ ਨੂੰ ਕਿਹਾ ਹੋਵੇਗਾ ਪ੍ਰਮਾਤਮਾ ਨੇ, ਹਰ ਬੱਚੇ ਨੂੰ ਕਹਿੰਦਾ ਹੈ ਪ੍ਰਮਾਤਮਾ, ਅੰਦਰੋਂ ਆਵਾਜ਼ ਦਿੰਦਾ ਹੈ ਗਹਿਰੇ ਆਤਮ ਤਲ 'ਤੇ, ਵੀ ਇਸ ਗਿਆਨ ਦੇ ਫਲ ਤੋਂ ਬਚੀ, ਜਿੰਨਾ ਬਚ ਸਕਦਾ ਹੈ। ਘੱਟ ਖਾਈ, ਜਿੰਨਾ ਘੱਟ ਤੋਂ ਘੱਟ ਖਾਏਗਾ, ਜਿੰਨਾ ਘੱਟ ਤੋਂ ਘੱਟ ਸੰਸਾਰਿਕ ਗਿਆਨ ਲਵੇਂਗਾ, ਓਨਾ ਹੀ ਤੂੰ ਸਵਰਗ ਦੇ ਬਗੀਚੇ ਤੂੰ ਦੂਰ ਨਹੀਂ ਜਾਵੇਂਗਾ। ਖਿਆਲ ਵਿੱਚ ਰੱਖ। ਫਿਰ ਖਿਆਲ ਵਿੱਚ ਰੱਖਣ ਯੋਗ ਹੈ, ਪੁਰਾਣੇ ਸਮੇਂ 'ਚ ਇਹ ਗੱਲ ਇੰਨੀ ਜ਼ਰੂਰੀ ਨਹੀਂ ਸੀ, ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਵਿਗਿਆਨ ਦਾ ਫਲ ਆਦਮੀ ਜ਼ਿਆਦਾ ਖਾ ਰਿਹਾ ਹੈ। ਬੱਚੇ ਨੂੰ ਛੇਤੀ ਗਿਆਨ ਵੱਲ ਪ੍ਰੇਰਿਆ ਜਾਂਦਾ ਹੈ, ਬਚਪਨ ਵੀ ਖੋਇਆ ਜਾ ਰਿਹਾ ਹੈ ਬੱਚਿਆਂ ਨੂੰ। ਜਿਹਨੂੰ ਛੇਤੀ ਗਿਆਨ ਹੋ ਗਿਆ, ਸਮਝ ਆ ਗਈ, ਉਹਦਾ ਬਚਪਨ ਗਿਆ। ਸਮਝਦਾਰੀ ਫਿਰ ਬਚਪਨ ਥੋੜ੍ਹੀ ਰਹਿਣ ਦਿੰਦੀ। ਅਤੇ ਸਤਿਪੁਰਖ ਜਿਹੜੇ ਹਨ ਨਾ, ਉਹ ਤੁਹਾਡੀ ਸਮਝਦਾਰੀ ਖੋਹਦੇ ਹਨ, ਇਸ ਕਰਕੇ ਉਹ ਬੋਲਦੇ ਹਨ। ਫਿਰ ਤੁਸੀਂ ਕਮਾਲ ਦੀ ਗੱਲ ਇਹ ਖਿਆਲ ਵਿੱਚ ਲਓ, ਜਿਹੜਾ ਸਾਹਮਣੇ ਕਹਿ ਰਿਹਾ ਹੈ, ਮੈਂ ਵਾਰ-ਵਾਰ ਕਹਿ ਰਿਹਾ ਹਾਂ ਵੀ ਸੁਣ ਕੇ ਗਿਆਨ ਨਹੀਂ ਹਾਸਲ ਕਰਨਾ ਹੈ, ਅਤੇ ਫਿਰ ਵੀ ਕੀਤਾ ਜਾ ਰਿਹਾ ਹੈ। ਅਤੇ ਜਿਹੜੇ ਪੁਰਾਣੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਪੜ੍ਹਦੇ ਹਨ, ਵਿਚਾਰਦੇ ਹਨ, ਉਹ ਕਿਵੇਂ ਬਚ ਸਕਣਗੇ ਗਿਆਨ ਤੋਂ? ਤੁਸੀਂ ਆਪ ਸੋਚੋ। ਉਹ ਤਾਂ ਸਭ ਗਿਆਨੀ ਹੋਏ ਬੈਠੇ ਹਨ। ਮੈਨੂੰ ਅੱਜ ਜਗਮੋਹਨ ਸਿੰਘ ਇੱਥੇ ਕੋਲੇ ਆਇਆ ਹੋਇਆ ਹੈ, ਕਹਿ ਰਿਹਾ ਸੀ ਕਿ ਜਿੰਨੇ ਵੀ ਜ਼ਿਆਦਾ ਵੱਡੀਆਂ ਸੰਸਥਾਵਾਂ ਦੇ ਮੁਖੀ ਹਨ, ਉਹਨਾਂ ਨੂੰ ਤੁਹਾਡੀ ਗੱਲ ਦੱਸੀ ਜਾਵੇ, ਉਹਨਾਂ ਨੂੰ ਇਹ ਰਿਕਾਰਡਿੰਗਾਂ ਸੁਣਾਈਆਂ ਜਾਣ। ਮੈਂ ਕਿਹਾ ਉਹ ਸੁਣ ਹੀ ਨਹੀਂ ਸਕਦੇ ਆ, ਕਿਉਂਕਿ ਉਹਨਾਂ ਨੇ ਸਮਝ ਲਿਆ, ਸਮਝ ਦੇ ਤਲ 'ਤੇ ਸਭ ਕੁਛ। ਅਤੇ ਜਦੋਂ ਕੋਈ ਸਮਝ ਦੇ ਤਲ 'ਤੇ ਸਮਝ ਲੈਂਦਾ ਹੈ ਨਾ, ਉਹਨੂੰ ਉਸ ਸਮਝ ਨੂੰ ਛੱਡਣਾ ਬਹੁਤ ਜ਼ਿਆਦਾ ਕਠਿਨ ਹੈ। ਫਿਰ ਇਹੋ ਹੀ ਸਾਰਿਆਂ ਨੂੰ ਵੱਡੀ ਬਿਮਾਰੀ ਹੈ ਮੂਲ ਰੂਪ ਦੇ ਵਿੱਚ। ਖਿਆਲ ਵਿੱਚ ਰੱਖਿਓ, ਜਿਵੇਂ ਭਗਤ ਕਬੀਰ ਜੀ ਕਹਿੰਦੇ ਹਨ, ਮਾਇਆ ਤਜੀ ਤੋ ਕਿਆ ਪਾਇਆ, ਮਾਨ ਤਜਿਆ ਨਹੀਂ ਜਾਏ, ਮਾਨ ਮਨੇ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਕਹਿੰਦੇ ਮਾਇਆ ਤਜੀ ਤਾਂ ਕੀ ਹੋ ਗਿਆ, ਮਾਇਆ ਛੱਡਣੀ ਸਿਖਾਲੀ ਹੈ। ਮਾਣ ਦਾ ਮਤਲਬ ਹੁੰਦਾ ਹੈ ਵੀ ਚਾਰ ਬੰਦੇ ਮੈਨੂੰ ਜਾਣਨ, ਮੇਰੀ ਇੱਜ਼ਤ ਕਾਰਨ। ਇਹੋ ਹੀ ਗੱਲ ਅੱਜ ਸਵੇਰੇ ਇੱਕ ਨੌਜਵਾਨ ਨੇ ਟੈਲੀਫੋਨ ਕੀਤਾ ਸੀ ਮੈਨੂੰ, ਕਹੀ ਵੀ ਅਗਰ ਚਾਰ ਬੰਦੇ ਜਾਣਨ ਹੀ ਨਾ ਤਾਂ ਫਿਰ ਫਾਇਦਾ ਕੀ। ਇਹਦਾ ਥੋੜ੍ਹੇ ਦਿਨ ਪਹਿਲਾਂ ਵੀ ਟੈਲੀਫੋਨ ਆਇਆ ਸੀ, ਕਹਿੰਦਾ ਮੈਂ ਜਾਨਪਾਲ ਕਰਨਾਲ ਤੋਂ ਬੋਲ ਰਿਹਾ ਹਾਂ, ਵੀ ਹੁਣ ਸਮਾਂ ਆ ਗਿਆ ਹੈ ਪ੍ਰਚਾਰ ਕਰਨ ਦਾ। ਅਤੇ ਕੋਈ ਇੱਕ ਚੈਨਲ ਹੈ ਬੜਾ ਮਸ਼ਹੂਰ, ਉਹ ਮੇਰਾ ਇੰਟਰਵਿਊ ਕਰਨ ਵਾਸਤੇ ਆ ਰਿਹਾ ਹੈ ਵੀ ਇਹ ਪ੍ਰਚਾਰ ਕਰਨ ਯੋਗ ਹੈ ਕਿ ਨਹੀਂ। ਤਾਂ ਕਹਿੰਦੇ ਹਨ ਤਿਆਰੀ ਕਰ ਲਾ। ਅਤੇ ਮੈਂ ਇਹਨੂੰ ਕਿਹਾ ਸੀ ਵੀ ਇਹ ਚੱਕਰਾਂ ਦੇ ਵਿੱਚ ਨਾ ਪੈ, ਵੀ ਤੂੰ ਤਿਆਰੀ ਕਰ ਲੱਗ ਪਏਗਾ ਅਤੇ ਵਿਚਾਰਧਾਰਾ ਚੱਲੇਗੀ, ਕਿਉਂਕਿ ਸੋਚ ਕੇ ਬੋਲੇਗਾ ਨਾ। ਅਤੇ ਬੜੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਹਨ ਪ੍ਰਚਾਰ ਕਰਨ, ਬੜੀਆਂ ਕਿਤਾਬਾਂ ਪੜ੍ਹਦੇ ਹਨ, ਕਈ ਰਿਕਾਰਡਿੰਗਾਂ ਇੱਧਰੋਂ ਉੱਧਰੋਂ ਸੁਣਦੇ ਹਨ, ਸੁਣ ਕੇ ਫਿਰ ਕੁਛ ਆਪਣੀ ਗੱਲ ਵਿੱਚ ਲਾ ਕੇ ਮਸਾਲਾ ਫਿਰ ਪੇਸ਼ ਕਰਨੀ। ਅਤੇ ਬੜੀ ਸੋਚ ਵਿਚਾਰ ਚੱਲਦੀ ਹੈ ਪ੍ਰਚਾਰਕਾਂ ਦੇ ਅੰਦਰ, ਤਾਂ ਹੀ ਹੁੰਦੀ ਹੈ ਨਾ ਗੱਲ, ਲੋਕ ਪ੍ਰਭਾਵਿਤ ਹੁੰਦੇ। ਮੈਂ ਕਿਹਾ ਵਿਚਾਰਧਾਰਾ ਚੱਲੇਗੀ, ਨਾ ਚਲਾਏਗਾ ਤਾਂ ਵੀ ਚੱਲੇਗੀ, ਪਰ ਨਹੀਂ ਹਟ ਨਹੀਂ ਨਾ ਹੁੰਦਾ ਹੈ।
ਤੇ ਅੱਜ ਸਵੇਰੇ ਟੈਲੀਫੋਨ ਆਇਆ, ਕਹਿੰਦਾ ਇੰਟਰਵਿਊ ਹੋ ਗਈ, ਮੈਂ ਜੋ ਕਹਿਣਾ ਸੀ ਕਹਿ ਦਿੱਤਾ। ਹੁਣ ਅੰਦਰ ਬੇਚੈਨੀ ਬਹੁਤ ਹੈ, ਬੜੇ ਵਿਚਾਰ ਚੱਲ ਰਹੇ ਆ ਵੀ ਲੋਕ ਐਦਾਂ ਨਾ ਸਮਝ ਲੈਣ ਮੇਰੀ ਇਹ ਗੱਲਾਂ ਨੂੰ, ਇਉਂ ਨਾ ਸਮਝ ਲੈਣ, ਐਸਾ ਨਾ ਸੋਚ ਲੈਣ, ਵੈਸਾ ਨਾ ਸੋਚ ਲੈਣ। ਇੱਦਾਂ ਬੰਦਾ ਕਹਿੰਦਾ ਹੈ ਨਾ। ਫਿਰ ਉਹਨਾਂ ਗੱਲਾਂ ਨੂੰ ਸਪਸ਼ਟ ਕਰਨ ਵਾਸਤੇ ਹੋਰ ਇੰਟਰਵਿਊ ਕਰਨਾ ਪਵੇਗਾ, ਫਿਰ ਕੋਈ ਨਾ ਕੋਈ ਗੱਲ ਰਹਿ ਜਾਵੇਗੀ, ਫਿਰ ਅੱਗੇ ਫਿਰ ਪ੍ਰਚਾਰ ਇੱਦਾਂ ਹੀ ਚੱਲ ਪੈਂਦਾ ਹੈ। ਹੌਲੀ ਹੌਲੀ ਸਪਸ਼ਟ ਕਰਦੇ ਸਪਸ਼ਟੀਕਰਨ ਦਿੰਦੇ ਆਦਮੀ ਚੱਲ ਪੈਂਦਾ ਹੈ ਵਿਚਾਰਧਾਰਾ, ਅਤੇ ਇਹਦੇ ਅੰਦਰ ਵਿਚਾਰਧਾਰਾ ਚੱਲ ਪਈ, ਅੱਗੇ ਨਾਲੋਂ ਵੀ ਸ਼ਾਂਤ ਹੋ ਗਈ। ਇਹੋ ਹੀ ਹੈ ਸਾਰਿਆਂ ਨੂੰ ਵੱਡੀ ਅਤੇ ਸਾਰਿਆਂ ਨੂੰ ਸੂਖਸ਼ਮ ਬਿਮਾਰੀ, ਜਿਹੜੀ ਧਾਰਮਿਕ ਲੋਕਾਂ ਦੇ ਵੀ ਪਕੜ ਵਿੱਚ ਨਹੀਂ ਆਉਂਦੀ ਹੈ। ਖਿਆਲ ਵਿੱਚ ਰੱਖਿਓ, ਕਿਸੇ ਦੇ ਪਕੜ ਵਿੱਚ ਬਾਹਰੋਂ ਨਹੀਂ ਆ ਸਕਦੀ ਇਹ ਬਿਮਾਰੀ, ਇੰਨੀ ਸੂਖਸ਼ਮ। ਮਾਇਆ ਕੋਈ ਛੱਡ ਦਿੰਦਾ ਹੈ, ਜਿਵੇਂ ਕਬੀਰ ਜੀ ਨੇ ਕਿਹਾ ਹੈ, ਕਿਹਾ ਪਿਆ ਵੀ ਛੱਡ ਦਿੰਦਾ ਹੈ, ਕੋਈ ਬਹੁਤੇ ਛੱਡ ਦਿੰਦੇ ਆ। ਸਿਖਾਲੀ ਹੈ ਛੱਡਣੀ, ਬਾਹਰੋਂ ਦਿਖਦੀ ਵੀ ਹੈ, ਪਰ ਮਾਇਆ ਛੱਡੀ ਜਾ ਰਹੀ ਹੈ ਮਾਣ ਪਾਉਣ ਵਾਸਤੇ। ਹੁਣ ਬਹੁਤੇ ਇੱਦਾਂ ਵੀ ਕਰਦੇ ਵੀ ਧਨ ਦਾ ਆਪਾਂ ਕੀ ਕਰਨਾ। ਤੁਸੀਂ ਸੋਚੋ, ਖਿਆਲ ਕਰੋ ਥੋੜ੍ਹਾ ਜਿਹਾ ਗੌਰ, ਵੀ ਹਰ ਇੱਕ ਬੰਦਾ ਇੱਦਾਂ ਹੀ ਸੋਚਦਾ ਹੈ ਨਾ ਵੀ ਮੈਨੂੰ ਚਾਰ ਜਾਣਨ ਵਾਲੇ ਹੋਣ, ਜਾਣ ਪਹਿਚਾਨਣ ਵਾਲੇ ਹੋਣ, ਮੇਰਾ ਆਦਰ ਸਤਿਕਾਰ ਕਰਨ ਵਾਲੇ ਹੋਣ। ਜਿੱਥੇ ਵੀ ਮੈਂ ਜਾਵਾਂ ਉੱਥੇ ਅਗਰ ਚਾਰ ਬੰਦੇ ਹੋਣਗੇ ਆਦਰ ਸਤਿਕਾਰ ਕਰਨ ਵਾਲੇ, ਅਤੇ ਕਿੰਨਾ ਨਾ ਮਜ਼ਾ ਆਊਗਾ। ਲੋਕ ਆਪਣੇ ਘਰਾਂ 'ਚ ਰੱਖਣਗੇ, ਆਦਰ ਸਤਿਕਾਰ ਕਰਨਗੇ, ਮਾਣ ਕਰਨਗੇ, ਇੱਜ਼ਤ ਕਰਨਗੇ। ਅਤੇ ਜਦੋਂ ਕਿਸੇ ਨੂੰ ਇਹੋ ਜਿਹੀ ਇੱਜ਼ਤ ਮਿਲਦੀ ਆ, ਆਓ ਭਗਤ ਕਰਦੇ ਆ ਲੋਕ, ਆਓ ਜੀ ਬਾਬਾ ਜੀ, ਬੈਠੋ ਜੀ, ਬੈਠੋ ਜੀ ਗਿਆਨੀ ਜੀ। ਚਾਰ ਬੰਦੇ ਖੜ੍ਹੇ, ਸਾਡੇ ਘਰ ਚਰਨ ਪਾ ਦਿਓ ਗਿਆਨੀ ਜੀ, ਮਹਾਂਪੁਰਸ਼ੋ ਸਾਡਾ ਘਰ ਪਵਿੱਤਰ ਕਰੋ। ਕੋਈ ਇੱਧਰੋਂ ਖਿੱਚਦਾ, ਕੋਈ ਇੱਧਰੋਂ ਖਿੱਚਦਾ, ਅਤੇ ਆਦਮੀ ਉੱਥੇ ਚਾਹੁੰਦਾ ਵੀ ਸਾਰਾ ਪੈਸਾ ਇਹਨਾਂ 'ਤੇ ਲੁਟਾ ਦਿਓ। ਪੈਸਾ ਕਮਾਉਂਦਾ ਵੀ ਆਦਮੀ ਸਤਿਕਾਰ ਪਾਉਣ ਵਾਸਤੇ ਹੀ ਹੈ ਦਰਅਸਲ ਸੰਸਾਰ 'ਚ, ਵੀ ਕਮ ਸੇ ਕਮ ਜਿਹੜੇ ਮੇਰੇ ਥੱਲੇ ਹਨ ਉਹ ਤਾਂ ਮੇਰਾ ਸਤਿਕਾਰ ਕਰਨਗੇ ਹੀ ਨਾ। ਨਿਰਧਨ ਅਤੇ ਧਨੀ ਦਾ ਤਾਂ ਸਤਿਕਾਰ ਕਰਨਗੇ ਹੀ ਨਾ, ਕਿਉਂਕਿ ਉਹਨਾਂ ਨੂੰ ਧਨ ਦੀ ਆਕਾਂਸ਼। ਸਤਿਕਾਰ ਪਾਉਣ ਵਾਸਤੇ ਰਾਜਨੀਤੀ 'ਚ ਆਦਮੀ ਜਾਂਦਾ ਹੈ, ਕਿੰਨਾ ਪੈਸਾ ਖਰਚ ਕਰਦੇ ਲੋਕ ਸਤਿਕਾਰ ਪਾਉਣ ਵਾਸਤੇ, ਮਾਣ। ਇੱਦਾਂ ਹੀ ਧਾਰਮਿਕ ਲੋਕ ਹਨ, ਅਤੇ ਇਹ ਸਤਿਕਾਰ ਦੇ ਵਾਸ਼ਨਾ ਜਿਹੜੀ ਹੈ ਅੰਤ ਸਮੇਂ ਤੱਕ ਹੀ ਪਿੱਛਾ ਕਰਦੀ ਹੈ, ਬੜੀ ਗਹਿਰੀ ਹੈ। ਫਿਰ ਆਦਮੀ ਅਗਰ ਸੰਸਾਰ ਵੀ ਛੱਡ ਦਿੰਦਾ ਹੈ, ਸਭ ਕੁਝ ਛੱਡ ਦਿੰਦਾ ਹੈ, ਅਤੇ ਫਿਰ ਅੰਦਰ ਚਾਹ ਹੁੰਦੀ ਵੀ ਮੈਂ ਜੋ ਜਾਣਿਆ ਹੈ ਇਹ ਦੱਸਿਆ ਨਾ ਲੋਕਾਂ ਨੂੰ ਪਤਾ ਹੀ ਨਾ ਲੱਗੇ ਮੇਰੇ ਬਾਰੇ ਕੁਛ, ਵੀ ਇਹ ਵੀ ਸਾਧੂ ਮਹਾਤਮਾ ਇੱਥੇ ਰਹਿੰਦੇ, ਮਹਾਨ ਗਿਆਨੀ, ਮਹਾਨ ਤਪਸਵੀ। ਅਤੇ ਫਿਰ ਫਾਇਦਾ ਕੀ? ਇਹੋ ਹੀ ਕਹਿ ਰਿਹਾ। ਪਰ ਇਹਨੂੰ ਇਹ ਨਹੀਂ ਨਾ ਸਮਝ ਵਿੱਚ ਆ ਰਹੀ ਗੱਲ ਵੀ ਇਹ ਜਿਹੜੀ ਮੈਂ ਜਨਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦੂਸਰਿਆਂ ਨੂੰ, ਆਪਣਾ ਆਪਾ ਜਿਹੜਾ ਇਹ ਖਿਆਲ ਹੈ, ਇਹੋ ਹੀ ਮੈਂ ਹੈ ਵੀ ਮੈਂ ਦੱਸਾਂ ਦੂਸਰਿਆਂ ਨੂੰ ਮੈਂ ਕੌਣ ਹਾਂ। ਇੱਧਰ ਇਹ ਕਿਹਾ ਜਾ ਰਿਹਾ ਵੀ ਤੁਸੀਂ ਕੁਝ ਵੀ ਨਹੀਂ ਹੋ, ਕੁਝ ਨਹੀਂ ਬਣਨਾ ਹੈ, ਜ਼ੀਰੋ ਹੋਣਾ ਹੈ। ਗਿਆਨ ਦਾ ਅਰਥ ਹੈ ਫਿਰ ਵੈਸੇ ਹੀ ਹੋਣਾ ਹੈ। ਪਰਮਾਰਥਿਕ ਗਿਆਨ ਉਲਟਾ ਹੈ ਸੰਸਾਰ ਨਾਲ। ਸੰਸਾਰ ਦਾ ਗਿਆਨ ਬਾਹਰ ਸਿੱਖਿਆ ਜਾਂਦਾ ਹੈ, ਧਰਮ ਦਾ ਗਿਆਨ ਵੀ ਬਾਹਰ ਸਿੱਖਿਆ ਜਾਂਦਾ ਹੈ, ਪਰ ਅਧਿਆਤਮ ਬਾਹਰ ਕੋਰਸਾਂ ਦੁਆਰਾ ਸਿੱਖਿਆ ਨਹੀਂ ਜਾਂਦਾ ਹੈ। ਨਾ ਇਹਦੇ ਕੋਰਸ ਹੁੰਦੇ, ਨਾ ਕੋਈ ਡਿਗਰੀ ਮਿਲਦੀ। ਅਧਿਆਤਮ ਗਿਆਨ ਬਿਲਕੁਲ ਉਲਟਾ ਹੈ, ਇਹ ਜੀਰੋ ਵੱਲ ਨੂੰ ਜਾਣਾ ਹੈ, ਨਿਸ਼ਬਦ ਵੱਲ ਨੂੰ ਜਾਣਾ ਹੈ। ਫਿਰ ਛੋਟੇ ਬੱਚੇ ਦੀ ਤਰ੍ਹਾਂ ਉਹ ਗਰਭ ਦੇ ਵਿੱਚ ਪ੍ਰਵੇਸ਼ ਹੋ ਜਾਣਾ ਹੈ। ਅਤੇ ਇਹ ਗਿਆਨ ਦਿੰਦਾ ਹੈ ਗੁਰੂ। ਦਰਅਸਲ ਸਹੀ ਸਮਝੋ ਤਾਂ ਗੁਰੂ ਸੰਸਾਰਿਕ ਗਿਆਨ ਮਿਟਾਉਂਦਾ ਹੈ। ਪਹਿਲਾਂ ਕਿਹਾ ਹੈ ਨਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਪਹਿਲਾਂ ਅਗਿਆਨਤਾ ਦਾ ਹਨੇਰਾ ਵਿਨਾਸ਼ ਕਰ ਦਿੰਦਾ ਹੈ, ਫਿਰ ਉਹ ਗਿਆਨ ਅੰਜਨ ਦਿੰਦਾ ਹੈ। ਦਰਅਸਲ ਇਹ ਵੀ ਕਿਹਾ ਜਾਂਦਾ ਹੈ ਉਹ ਗਿਆਨ ਤੁਹਾਡੇ ਅੰਦਰ ਹੀ ਪਿਆ ਹੋਇਆ, ਉਹਨੂੰ ਸਿਰਫ ਗੁਰੂ ਦਿਖਾਉਂਦਾ ਹੈ।
ਪਰ ਦਿਖਦਾ ਉਹ ਉਦੋਂ ਹੈ ਜਦੋਂ ਬਾਹਰਲਾ ਗਿਆਨ ਟੋਟਲ ਛੁੱਟ ਜਾਂਦਾ ਹੈ। ਤਾਂ ਇੱਧਰ ਗੁਰਮੁਖੋ ਪਿਆਰਿਓ, ਗਿਆਨ ਛੱਡਣ ਵਾਸਤੇ ਕਿਹਾ ਜਾ ਰਿਹਾ ਹੈ, ਗਿਆਨ ਪਾਉਣ ਵਾਸਤੇ ਨਹੀਂ। ਤੁਸੀਂ ਪਾਉਣ ਵਾਸਤੇ ਨਾ ਸੁਣੋ, ਨਹੀਂ ਤਾਂ ਤੁਸੀਂ ਆਪ ਤੇ ਭਟਕੋਗੇ ਹੀ, ਆਪ ਡੁੱਬੇ ਚਾਹੋ ਵੇਦ ਮੇ। ਜਿਹੜੇ ਤੁਹਾਡੇ ਨਾਲ ਜੁੜਨਗੇ ਉਹ ਵੀ ਡੁੱਬਣਗੇ। ਤੁਸੀਂ ਐਸਾ ਨਾ ਕਰੋ, ਮੇਰੀ ਬੇਨਤੀ ਕਬੂਲ ਕਰੋ। ਅਗਰ ਗਿਆਨ ਹੋ ਰਿਹਾ ਤਾਂ ਤੁਸੀਂ ਸੁਣੋ ਨਾ, ਖਿਆਲ ਕਰੋ ਸਾਰੇ ਸੁਣਨ ਵਾਲੇ। ਇੱਧਰ ਗਿਆਨ ਦਿੱਤਾ ਨਹੀਂ ਜਾ ਰਿਹਾ ਹੈ, ਗਿਆਨ ਮਿਟਾਉਣਾ ਹੈ, ਇੱਧਰ ਮਿਟਾਇਆ ਜਾ ਰਿਹਾ ਹੈ। ਤੁਹਾਡਾ ਗਿਆਨ ਹੀ ਤੁਹਾਡੀ ਹੋਂਦ ਹੈ, ਹਉ ਮੈਂ। ਇਸੇ ਕਰਕੇ ਜਿੰਨਾ ਘੱਟ ਜਾਣਦਾ ਹੋਵੇ ਬੰਦਾ, ਓਨੀ ਘੱਟ ਹਉ ਹੁੰਦੀ ਹੈ। ਛੋਟੇ ਬੱਚੇ ਤੇ ਬਿਲਕੁਲ ਘੱਟ ਹੁੰਦੀ। ਇਸ ਕਰਕੇ ਆਦਮੀ ਜ਼ਿਆਦਾ ਤੋਂ ਜ਼ਿਆਦਾ ਜਾਣਨਾ ਚਾਹੁੰਦਾ ਹੈ ਵੀ ਮੈਂ ਦਿਖਾਵਾਂ ਮੈਂ ਕੌਣ ਹੈ, ਓਨੀ ਵੱਡੀ ਮੈਂ ਹੁੰਦੀ। ਉਹ ਜਿੰਨਾ ਘੱਟ ਜਾਣਦਾ ਉਹ ਘੱਟ ਸਤਿਕਾਰ ਮਿਲੂਗਾ। ਇਸ ਕਰਕੇ ਬੱਚੇ ਦਾ ਕੋਈ ਸਤਿਕਾਰ ਹੀ ਨਹੀਂ ਕਰਦਾ ਅਤੇ ਉਹਨੂੰ ਮਜ਼ਾ ਵੀ ਕਿੰਨਾ ਆਉਂਦਾ। ਗਿਆਨ ਹੀ ਨਹੀਂ ਹੈ, ਨਾ ਸਤਿਕਾਰ ਪਾਉਣ ਦੀ ਇੱਛਾ ਹੈ। ਤਾਂ ਇੱਧਰ ਕਿਹਾ ਜਾ ਰਿਹਾ ਹੈ ਸਤਿਕਾਰ ਪਾਉਣ ਦੀ ਇੱਛਾ ਖਤਮ ਕਰਨੀ ਹੈ। ਗਿਆਨ ਖਤਮ ਹੋਵੇਗਾ ਤਾਂ ਹੀ ਹੋਵੇਗੀ ਨਾ। ਅਤੇ ਆਪਣੇ ਆਪ ਨੂੰ ਮਿਟਾਉਣ ਦਾ ਅਰਥ ਇਹੋ ਹੀ ਹੈ, ਇਹੋ ਜਾਣ ਲੈਣਾ ਵੀ ਮੈਂ ਕੁਛ ਵੀ ਨਹੀਂ ਜਾਣਦਾ। ਕੀ ਜਾਣਦੇ ਹੋ ਤੁਸੀਂ ਪਤੰਦਰੋ? ਕੀ ਜਾਣਦੇ ਹੋ? 4 ਸ਼ਬਦ ਜਾਣ ਲਏ ਅਤੇ ਬਹੁਤ ਕੁਛ ਜਾਣ ਲਏ। ਐਡਾ ਵਿਰਾਟ ਪਰਮਾਤਮਾ ਹੈ, ਕੁਛ ਵੀ ਨਹੀਂ ਜਾਣ ਸਕਦੀ ਨਿੱਕੀ ਜਿਹੀ ਬੁੱਧੀ। ਮੈਂ ਕਹਿੰਦਾ ਮੈਂ ਕੁਝ ਵੀ ਨਹੀਂ ਜਾਣਦਾ। ਇਹ ਕੋਈ ਜਾਣਕਾਰੀ ਥੋੜ੍ਹੀ ਹੈ। ਮੈਂ ਪਰਮਾਤਮਾ ਬਾਰੇ ਕੁਛ ਜਾਣਕਾਰੀ ਥੋੜ੍ਹੀ ਦੇ ਰਿਹਾ ਤੁਹਾਨੂੰ। ਮੈਂ ਕਹਿ ਰਿਹਾ ਸੱਤ ਨੂੰ ਛੱਡੋ, ਬਸ ਇੰਨਾ ਜਾਣਦਾ। ਆਹ ਸੱਤ ਛੁੱਟ ਜਾਏਗਾ ਅਤੇ ਮੈਂ ਛੁੱਟ ਜਾਵੇਗੀ।